ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਤਿਆਵਾਦੀ ਰਾਜੇ ਹਰੀਚੰਦ ਜੀ ਦੀ ਸਾਖੀ। ਤਿਨ ਹਰੀਚੰਦ ਪ੍ਰਿਥਵੀ ਪਤ ਰਾਜੈ, ਕਾਗਦ ਕੀਮ ਨ ਪਾਈ। ਔਗਣ ਜਾਣੈ ਤਾਂ ਪੁੰਨ ਕਰੇ, ਕਿਉ ਕਿਉ ਨੇ ਖਾਸ ਬਿਕਾਈ। ਰਾਜੇ ਹਰੀਚੰਦ ਨੂੰ ਸੱਤਿਆਵਾਦੀ ਰਾਜਾ ਆਖਿਆ ਜਾਣ ਲੱਗਾ ਸੀ। ਉਹ ਬਹੁਤ ਹੀ ਦਾਨੀ ਪੁਰਸ਼ ਸੀ। ਪੁਰਾਣਿਕ ਗ੍ਰੰਥਾਂ ਵਿੱਚ ਉਸ ਦੀ ਕਥਾ ਆਉਂਦੀ ਹੈ। ਲਿਖਿਆ ਹੈ ਕਿ ਉਹ ਤ੍ਰਿਸ਼ੰਕੂ ਦਾ ਬੇਟਾ ਸੀ, ਜੋ ਬਚਨ ਕਰਦਾ ਸੀ ਉਸ 'ਤੇ ਅਮਲ ਕਰਦਾ ਸੀ। ਸੱਚ, ਦਾਨ ਕਰਮ ਤੇ ਇਸ਼ਨਾਨ ਦਾ ਪਾਬੰਦ ਸੀ। ਉਸ ਦੀ ਭੁੱਲ ਨੂੰ ਦੇਵਤੇ ਵੀ ਲੱਭ ਨਹੀਂ ਸਨ ਸਕਦੇ। ਇੱਕ ਦਿਨ ਉਹਨਾਂ ਦੇ ਕੋਲ ਨਾਰਦ ਮੁਨੀ ਆ ਗਿਆ। ਰਾਜੇ ਨੇ ਉਸ ਦੀ ਬਹੁਤ ਸੇਵਾ ਕੀਤੀ। ਨਾਰਦ ਨਗਰੀ ਵਿੱਚ ਫਿਰਿਆ। ਉਸਨੇ ਦੇਖਿਆ ਕਿ ਸਾਰੇ ਇਸਤਰੀ ਪੁਰਸ਼ ਉਸ ਦਾ ਜਸ ਕਰਦੇ ਹਨ। ਕਿਤੇ ਵੀ ਰਾਜ ਦੀ ਨਿੰਦਾ ਸੁਣਨ ਵਿੱਚ ਨਾ ਆਈ। ਰਾਜੇ ਹਰੀਚੰਦ ਦੇ ਰਾਜ ਭਵਨ ਵਿੱਚੋਂ ਨਿਕਲ ਕੇ ਪ੍ਰਭੂ ਦੇ ਗੁਣ ਗਾਉਂਦਾ ਹੋਇਆ ਨਾਰਦ ਮੁਨੀ ਇੰਦਰਲੋਕ ਵਿੱਚ ਜਾ ਪੁੱਜਾ। ਤ੍ਰੈ ਲੋਕਾਂ ਵਿੱਚ ਹੀ ਮੁਨੀ ਦਾ ਸਤਿਕਾਰ ਹੁੰਦਾ ਸੀ। ਉਹ ਤ੍ਰੈਕਾਲਦਰਸ਼ੀ ਸੀ, ਪਰ ਮਨ ਆਏ ਤਾਂ ਕੋਈ ਨਾ ਕੋਈ ਖੇਡ ਰਚਣ ਵਿੱਚ ਵੀ ਚੰਗਾ ਉਸਤਾਦ ਮੰਨਿਆ ਗਿਆ ਸੀ। ਕੋਈ ਐਸੀ ਗੱਲ ਆਖਣੀ ਜਿਸ ਨਾਲ ਅਗਲੇ ਨੂੰ ਐਸਾ ਭਰਮ ਪੈਣਾ ਕਿ ਬਸ ਉਹ ਜਿੰਨਾ ਚਿਰ ਅਗਲੇ ਨਾਲ ਨਜਿੱਠ ਨਾ ਲਵੇ ਉਨਾ ਚਿਰ ਆਰਾਮ ਨਾਲ ਨਾ ਬੈਠੇ। ਐਸਾ ਹੀ ਉਸ ਦਾ ਵਤੀਰਾ ਸੀ। ਇੰਦਰ: ਹੇ ਮੁਨੀਜਨ, ਭਲਾ ਇਹ ਤਾਂ ਦੱਸੋ, ਮਾਤਲੋਕ ਵਿੱਚ ਕੈਸਾ ਵਰਤਾਰਾ ਹੈ ਜੀਵਾਂ ਦਾ? ਇਸਤਰੀ ਪੁਰਸ਼ ਕੈਸੇ ਰਹਿੰਦੇ ਹਨ? ਨਾਰਦ ਮੁਨੀ: ਮਾਤਲੋਕ 'ਤੇ ਧਰਮ ਕਰਮ ਦਾ ਪ੍ਰਭਾਵ ਪੈ ਰਿਹਾ ਹੈ। ਪੁੰਨ, ਦਾਨ, ਹੋਮ, ਯੱਗ ਹੁੰਦੇ ਹਨ। ਇਸਤਰੀ ਪੁਰਸ਼ ਖੁਸ਼ੀ ਨਾਲ ਰਹਿੰਦੇ ਹਨ। ਕੋਈ ਕਿਸੇ ਨੂੰ ਤੰਗ ਨਹੀਂ ਕਰਦਾ। ਅੰਨ, ਜਲ, ਦੁੱਧ, ਘਿਓ ਬੇਅੰਤ ਹੈ। ਵਾਸ਼ਨਾ ਦਾ ਵੀ ਚੋਖਾ ਪ੍ਰਭਾਵ ਹੈ। ਇਸਤਰੀ ਪੁਰਸ਼ ਦਾ ਪਿਆਰ ਵਧਿਆ ਹੈ। ਗਊਆਂ ਦੀ ਪਾਲਣਾ ਹੁੰਦੀ ਹੈ। ਘਾਹ ਬਹੁਤ ਹੁੰਦਾ ਹੈ। ਬਨਸਪਤੀ ਮੌਲਦੀ ਹੈ। ਬ੍ਰਾਹਮਣ ਬਹੁਤ ਸੁੱਖ ਦਾ ਜੀਵਨ ਬਤੀਤ ਕਰ ਰਹੇ ਹਨ। ਇੰਦਰ: ਹੇ ਮੁਨੀਦੇਵ, ਐਸਾ ਭਲਾ ਕਿਵੇਂ ਹੋ ਸਕਦਾ ਹੈ? ਐਸਾ ਤਾਂ ਹੀ ਹੋ ਸਕਦਾ ਹੈ ਜੇ ਕੋਈ ਰਾਜਾ ਭਲਾ ਹੋਵੇ, ਰਾਜੇ ਦੇ ਕਰਮਚਾਰੀ ਭਲੇ ਹੋਣ, ਪਰ ਮਾਤਲੋਕ ਦੇ ਰਾਜੇ ਤਾਂ ਭਲੇ ਨਹੀਂ ਹੋ ਸਕਦੇ। ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਹੈ। ਨਾਰਦ ਮੁਨੀ: ਠੀਕ ਹੈ, ਮਾਤਲੋਕ 'ਤੇ ਰਾਜਾ ਹਰੀਚੰਦ ਹੈ। ਉਹ ਚੱਕਰਵਰਤੀ ਰਾਜਾ ਬਣ ਗਿਆ ਹੈ। ਉਹ ਪੁੰਨ ਦਾਨ ਕਰਦਾ, ਬ੍ਰਾਹਮਣਾਂ ਨੂੰ ਗਊਆਂ ਦਿੰਦਾ, ਤੇ ਜੇ ਕੋਈ ਲੋੜਵੰਦ ਆਏ ਉਸ ਦੀ ਲੋੜ ਪੂਰੀ ਕਰਦਾ ਹੈ। ਸੱਤਿਆਵਾਦੀ ਰਾਜਾ ਹੈ। ਉਹ ਕਦੀ ਝੂਠ ਨਹੀਂ ਬੋਲਦਾ। ਹੋਮ ਯੱਗ ਹੁੰਦੇ ਰਹਿੰਦੇ ਹਨ। ਰਾਜਾ ਨੇਕ ਤੇ ਧਰਮੀ ਹੋਣ ਤੇ ਪ੍ਰਜਾ ਵੀ ਐਸੀ ਹੈ। ਹੇ ਇੰਦਰ, ਇੱਕ ਵਾਰ ਉਸ ਦੀ ਨਗਰੀ ਵਿੱਚ ਪੁੱਜਿਆ ਸਵਰਗ ਦਾ ਝੌਲਾ ਪੈਂਦਾ ਹੈ। ਆਉਣ ਨੂੰ ਚਿੱਤ ਨਹੀਂ ਕਰਦਾ। ਸਰਬ ਕਲਾ ਸੰਪੂਰਨ ਹੈ। ਰਿੱਧੀਆਂ ਸਿੱਧੀਆਂ ਉਸ ਦੇ ਚਰਨਾਂ ਵਿੱਚ ਹਨ। ਇਸ ਤਰ੍ਹਾਂ ਨਾਰਦ ਮੁਨੀ ਨੇ ਰਾਜਾ ਹਰੀਚੰਦ ਦੀ ਉਸਤਤ ਕੀਤੀ ਤਾਂ ਇੰਦਰ ਪਹਿਲਾਂ ਤਾਂ ਹੈਰਾਨ ਹੋਇਆ ਤੇ ਮੁੜ ਉਸ ਦੇ ਅੰਦਰ ਈਰਖਾ ਜਾਗੀ। ਉਸ ਨੂੰ ਸਦਾ ਇਹ ਖਿਆਲ ਰਹਿੰਦਾ ਸੀ ਕਿ ਕੋਈ ਉਸ ਨਾਲੋਂ ਬਹੁਤਾ ਬਲੀ ਨਾ ਹੋਏ। ਇੰਦਰ ਨਾਲੋਂ ਬਲੀ ਉਹੀ ਹੋ ਸਕਦਾ ਸੀ ਜੋ ਬਹੁਤ ਤਪੱਸਿਆ ਕਰਦਾ, ਧਰਮ ਕਰਦਾ। ਐਸਾ ਕਰਨ ਵਾਲਾ ਕੋਈ ਵਿਰਲਾ ਹੀ ਹੁੰਦਾ ਸੀ। ਇੰਦਰ ਕੋਲ ਦੈਵੀ ਸ਼ਕਤੀਆਂ ਸਨ। ਉਹ ਮਾਤਲੋਕ ਦੇ ਭਗਤ ਤੇ ਧਰਮੀ ਪੁਰਸ਼ਾਂ ਦੀ ਭਗਤੀ ਵਿੱਚ ਵਿਘਨ ਪਾਉਣ ਦਾ ਯਤਨ ਕਰਦਾ। ਉਸਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਉਹ ਜ਼ਰੂਰ ਪ੍ਰੀਖਿਆ ਕਰੇਗਾ। ਐਸਾ ਹੋ ਹੀ ਨਹੀਂ ਸਕਦਾ ਕਿ ਕੋਈ ਵੱਡਾ ਸੱਤਿਆਵਾਦੀ ਬਣ ਜਾਏ। ਨਾਰਦ ਚਲਿਆ ਗਿਆ। ਇੰਦਰ ਸੋਚਾਂ ਵਿੱਚ ਡੁੱਬ ਗਿਆ। ਅਜੇ ਉਹ ਸੋਚ ਹੀ ਰਿਹਾ ਸੀ ਕਿ ਉਸ ਦੇ ਮਹਿਲ ਵਿੱਚ ਵਿਸ਼ਵਾਮਿੱਤਰ ਆ ਪੁੱਜਾ। ਵਿਸ਼ਵਾਮਿੱਤਰ ਨੇ ਕਈ ਹਜ਼ਾਰ ਸਾਲ ਤਪੱਸਿਆ ਕੀਤੀ ਤੇ ਮਾਤਲੋਕ ਤੋਂ ਸਵਰਗਲੋਕ ਵਿੱਚ ਪੁੱਜਿਆ ਸੀ। ਉਹ ਬੜਾ ਪ੍ਰਭਾਵਸ਼ਾਲੀ ਸੀ। ਉਸਨੇ ਜਦੋਂ ਇੰਦਰ ਵੱਲ ਦੇਖਿਆ ਤਾਂ ਚਿਹਰੇ ਤੋਂ ਹੀ ਇੰਦਰ ਦੇ ਮਨ ਦੀ ਦਸ਼ਾ ਨੂੰ ਸਮਝ ਗਿਆ। ਉਸਨੇ ਪੁੱਛਿਆ, ਦੇਵਤਿਆਂ ਦੇ ਮਹਾਦੇਵ, ਮਹਾਰਾਜ ਇੰਦਰ ਦੇ ਚਿਹਰੇ 'ਤੇ ਕਾਲਾ ਪ੍ਰਕਾਸ਼ ਕਿਉਂ? ਚਿੰਤਾ ਦੇ ਚਿੰਨ੍ਹ ਪ੍ਰਗਟ ਹੁੰਦੇ ਹਨ। ਐਸਾ ਕੀ ਮਾਮਲਾ ਆ ਗਿਆ ਜੋ ਦੁੱਖ ਦਾ ਕਾਰਨ ਹੈ? ਕੌਣ ਹੈ ਜੋ ਮਹਾਰਾਜ ਦੇ ਤਖਤ ਨੂੰ ਹਿਲਾ ਰਿਹਾ ਹੈ? ਵਿਸ਼ਵਾਮਿੱਤਰ ਦੀ ਇਹ ਗੱਲ ਸੁਣ ਕੇ ਇੰਦਰ ਨੇ ਆਖਿਆ, ਹੇ ਮੁਨੀਜਨ, ਹੁਣੇ ਨਾਰਦ ਮੁਨੀ ਜੀ ਇੱਥੋਂ ਗਏ ਹਨ। ਉਹ ਮਾਤਲੋਕ ਵਿੱਚੋਂ ਭ੍ਰਮਣ ਕਰਦੇ ਹੋਏ ਆਏ ਸਨ। ਉਹਨਾਂ ਨੇ ਦੱਸਿਆ ਹੈ ਕਿ ਮਾਤਲੋਕ 'ਤੇ ਰਾਜਾ ਹਰੀਚੰਦ ਐਸਾ ਹੈ ਕਿ ਜਿਸ ਨੂੰ ਲੋਕ ਸੱਤਿਆਵਾਦੀ ਆਖ ਰਹੇ ਹਨ। ਉਹ ਪੁੰਨ, ਦਾਨ ਤੇ ਧਰਮ ਕਰਮ ਵਿੱਚ ਬਹੁਤ ਅੱਗੇ ਚਲਿਆ ਗਿਆ ਹੈ। ਇਹ ਸੁਣ ਕੇ ਵਿਸ਼ਵਾਮਿੱਤਰ ਮੁਸਕਰਾ ਪਿਆ ਤੇ ਉਸਨੇ ਕਿਹਾ, ਇਸ ਨਿੱਕੀ ਜਿਹੀ ਗੱਲ ਤੋਂ ਕੀ ਘਬਰਾਉਂਦੇ ਹੋ? ਜੋ ਚਾਹੋਗੇ ਹੋ ਜਾਏਗਾ। ਤੁਸਾਂ ਕੋਲ ਲੱਖਾਂ ਵਸੀਲੇ ਹਨ। ਮਹਾਰਾਜ, ਤੁਸਾਂ ਦੀ ਸ਼ਕਤੀ ਤੱਕ ਭਲਾ ਕਿਸੇ ਦੀ ਸ਼ਕਤੀ ਕਿਵੇਂ ਪੁੱਜ ਸਕਦੀ ਹੈ? ਆਪ ਦਾਸ ਨੂੰ ਹੁਕਮ ਕਰੋ, ਜੋ ਆਖੋ ਕੀਤਾ ਜਾ ਸਕਦਾ ਹੈ। ਚਿੰਤਾ ਛੱਡੋ। ਇੰਦਰ ਦਾ ਡਰ ਦੂਰ ਕਰਨ ਵਾਸਤੇ ਵਿਸ਼ਵਾਮਿੱਤਰ ਨੇ ਰਾਜੇ ਹਰੀਚੰਦ ਦੀ ਪ੍ਰੀਖਿਆ ਕਰਨ ਦਾ ਫੈਸਲਾ ਕਰ ਲਿਆ ਤੇ ਇੰਦਰ ਕੋਲੋਂ ਆਗਿਆ ਲੈ ਕੇ ਮਾਤਲੋਕ ਵਿੱਚ ਪੁੱਜ ਗਿਆ। ਰਾਜੇ ਹਰੀਚੰਦ ਦੀ ਨਗਰੀ ਵਿੱਚ ਗਿਆ। ਰਾਜ ਭਵਨ ਦੇ ਸਿੰਘ ਪੌੜ 'ਤੇ ਪੁੱਜ ਕੇ ਉਸਨੇ ਦਰਬਾਨ ਨੂੰ ਆਖਿਆ, ਰਾਜਾ ਹਰੀਚੰਦ ਨੂੰ ਸੰਦੇਸ਼ ਦਿਓ ਕਿ ਇੱਕ ਬ੍ਰਾਹਮਣ ਆਪ ਨੂੰ ਮਿਲਣ ਆਇਆ ਹੈ। ਦਵਾਰਪਾਲ ਅੰਦਰ ਗਿਆ। ਉਸਨੇ ਰਾਜੇ ਹਰੀਚੰਦ ਨੂੰ ਖਬਰ ਦਿੱਤੀ ਤਾਂ ਉਹ ਸਿੰਘਾਸਨ ਤੋਂ ਉੱਠ ਬੈਠਾ ਤੇ ਬ੍ਰਾਹਮਣ ਦਾ ਸਤਿਕਾਰ ਕਰਨ ਵਾਸਤੇ ਉੱਠ ਕੇ ਬਾਹਰ ਆਇਆ।
ਬੜੇ ਸਤਿਕਾਰ ਨਾਲ ਜੀ ਆਇਆਂ ਨੂੰ ਆਖ ਕੇ ਉਸ ਨੂੰ ਉੱਚੇ ਸਥਾਨ 'ਤੇ ਬਿਠਾ ਕੇ ਚਰਨ ਧੋਤੇ, ਚਰਨਾਮ੍ਰਿਤ ਲਿਆ ਤੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ। ਹੇ ਮੁਨੀਜਨ, ਆਪ ਗਰੀਬ ਦੇ ਗ੍ਰਹਿ ਵਿਖੇ ਆਏ ਹੋ, ਆਗਿਆ ਕਰੋ, ਸੇਵਕ ਕੀ ਸੇਵਾ ਕਰੇ। ਕਿਸੇ ਵਸਤ ਦੀ ਲੋੜ ਹੋਏ ਤਾਂ ਹਾਜ਼ਰ ਹੈ, ਬਸ ਆਗਿਆ ਕਰਨ ਦੀ ਢਿੱਲ ਹੈ। ਹੇ ਰਾਜਨ, ਮੈਂ ਇੱਕ ਬ੍ਰਾਹਮਣ ਹਾਂ, ਮੇਰੇ ਮਨ ਵਿੱਚ ਇੱਛਾ ਹੈ ਮੈਂ 4 ਮਹੀਨੇ ਰਾਜ ਕਰਾਂ। ਆਪ ਸੱਤਿਆਵਾਦੀ ਹੋ, ਆਪ ਦਾ ਜਸ ਤ੍ਰੈਲੋਕ ਵਿੱਚ ਹੋ ਰਿਹਾ ਹੈ। ਕੀ ਬ੍ਰਾਹਮਣ ਦੀ ਇਹ ਇੱਛਾ ਪੂਰਨ ਹੋ ਸਕਦੀ ਹੈ? ਸੱਤਿਆਵਾਦੀ ਰਾਜਾ ਹਰੀਚੰਦ ਨੇ ਜਦੋਂ ਇਹ ਸੁਣਿਆ ਤਾਂ ਉਸਨੂੰ ਚਾਅ ਚੜ੍ਹ ਗਿਆ। ਉਹਦਾ ਲੂੰ ਖੁਸ਼ ਹੋ ਗਿਆ ਤੇ ਉਸਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਜਿਵੇਂ ਆਪ ਦੀ ਇੱਛਾ ਹੈ ਤਿਵੇਂ ਹੀ ਹੋ ਜਾਏਗਾ। ਆਪਣਾ ਰਾਜ ਮੈਂ 4 ਮਹੀਨੇ ਲਈ ਦਾਨ ਕਰਦਾ ਹਾਂ। ਇਹ ਸੁਣ ਕੇ ਵਿਸ਼ਵਾਮਿੱਤਰ ਦਾ ਹਿਰਦਾ ਕੰਬਿਆ। ਉਸਨੂੰ ਆਸ ਨਹੀਂ ਸੀ ਕਿ ਕੋਈ ਰਾਜ ਦਾਨ ਕਰ ਸਕਦਾ ਹੈ। ਰਾਜ ਦਾਨ ਕਰਨ ਦਾ ਭਾਵ ਕਿ ਜੀਵਨ ਦੇ ਸਾਰੇ ਸੁੱਖਾਂ ਦਾ ਤਿਆਗ ਕਰਨਾ ਸੀ। ਉਸਨੇ ਰਾਜੇ ਵੱਲ ਦੇਖਿਆ, ਪਰ ਇੰਦਰ ਦੀ ਇੱਛਾ ਪੂਰਨ ਕਰਨ ਵਾਸਤੇ ਉਹ ਤਕੜਾ ਹੋ ਕੇ ਬੋਲਿਆ, ਚਲੋ ਠੀਕ ਹੈ, ਆਪ ਨੇ ਰਾਜ ਤਾਂ ਸਾਰਾ ਦਾਨ ਕਰ ਦਿੱਤਾ, ਪਰ ਕੀਤੀ ਕਾਲ ਹੈ। ਮੈਂ ਬ੍ਰਾਹਮਣ ਹਾਂ, ਬ੍ਰਾਹਮਣ ਨੂੰ ਦਕਸ਼ਣਾ ਦੇਣੀ ਤਾਂ ਜ਼ਰੂਰੀ ਹੁੰਦੀ ਹੈ, ਮਰਿਆਦਾ ਹੈ। ਰਾਜਾ ਹਰੀਚੰਦ, ਸੱਤ ਹੈ ਮਹਾਰਾਜ, ਦਕਸ਼ਣਾ ਦੇਣੀ ਚਾਹੀਦੀ ਹੈ। ਮੈਂ ਹੁਣੇ ਖਜ਼ਾਨੇ ਵਿੱਚੋਂ ਮੋਹਰਾਂ ਲਿਆ ਕੇ ਆਪ ਨੂੰ ਦਕਸ਼ਣਾ ਦਿੰਦਾ ਹਾਂ। ਵਿਸ਼ਵਾਮਿੱਤਰ, ਰਾਜ ਖਜ਼ਾਨਾ ਤਾਂ ਆਪ ਦਾਨ ਕਰ ਬੈਠੇ ਹੋ ਤੇ ਆਪ ਤੇ ਉਸ ਦਾ ਹੁਣ ਕੋਈ ਹੱਕ ਹੀ ਨਹੀਂ ਰਹਿ ਗਿਆ। ਰਾਜ ਦੀਆਂ ਸਭ ਵਸਤੂਆਂ ਹੁਣ ਆਪ ਦੀਆਂ ਨਹੀਂ ਰਹੀਆਂ, ਇੱਥੋਂ ਤੱਕ ਕਿ ਆਪ ਦੇ ਬਸਤਰ, ਗਹਿਣੇ, ਹੀਰੇ, ਲਾਲ ਆਦਿਕ ਸਭ ਰਾਜ ਦੇ ਹਨ। ਇਹਨਾਂ 'ਤੇ ਕੋਈ ਹੱਕ ਨਹੀਂ। ਰਾਜਾ ਹਰੀਚੰਦ, ਠੀਕ ਹੈ, ਦਾਸ ਭੁੱਲ ਗਿਆ, ਆਪ ਦੇ ਦਰਸ਼ਨਾਂ ਦੀ ਖੁਸ਼ੀ ਵਿੱਚ ਕੁਝ ਚੇਤੇ ਹੀ ਨਾ ਰਿਹਾ, ਫਿਰ ਸਮਾਂ ਬਖਸ਼ੀਏ। ਵਿਸ਼ਵਾਮਿੱਤਰ, ਕਿੰਨਾ ਸਮਾਂ? ਰਾਜਾ ਹਰੀਚੰਦ, ਸਿਰਫ 1 ਮਹੀਨਾ। 1 ਮਹੀਨੇ ਵਿੱਚ ਮੈਂ ਆਪ ਦੀ ਦਕਸ਼ਣਾ ਦੇ ਦੇਵਾਂਗਾ। ਵਿਸ਼ਵਾਮਿੱਤਰ, ਚਲੋ ਠੀਕ ਹੈ, ਮਹੀਨੇ ਤੱਕ ਮੇਰੀ ਦਕਸ਼ਣਾ ਦਿੱਤੀ ਜਾਏ, ਨਹੀਂ ਤੇ ਬਦਨਾਮੀ ਹੋਏਗੀ ਕਿ ਰਾਜਾ ਹਰੀਚੰਦ ਸੱਤਿਆਵਾਦੀ ਨਹੀਂ ਹੈ। ਇਹ ਵੀ ਆਗਿਆ ਹੈ ਕਿ ਸਵੇਰ ਹੋਣ ਤੋਂ ਪਹਿਲਾਂ ਮੇਰੇ ਰਾਜ ਦੀ ਹੱਦ ਤੋਂ ਬਾਹਰ ਚਲੇ ਜਾਓ, ਰਾਜ ਵਿੱਚ ਨਹੀਂ ਰਹਿ ਸਕਦੇ। ਐਸਾ ਕਰਨਾ ਹੋਏਗਾ, ਜ਼ਰੂਰ ਐਸਾ ਕਰਨਾ ਹੋਏਗਾ। ਰਾਜੇ ਹਰੀਚੰਦ ਨੇ ਰਾਜ ਦੇ ਬਸਤਰ ਉਤਾਰ ਦਿੱਤੇ। ਸਾਧਾਰਨ ਬਸਤਰ ਪਹਿਨ ਕੇ ਪੁੱਤਰ ਤੇ ਰਾਣੀ ਨੂੰ ਨਾਲ ਲੈ ਕੇ ਰਾਜ ਦੀ ਹੱਦ ਤੋਂ ਬਾਹਰ ਹੋ ਗਿਆ। ਪਰਜਾ ਰੋਂਦੀ ਕੁਰਲਾਉਂਦੀ ਰਹਿ ਗਈ, ਪਰ ਰਾਜਾ ਹਰੀਚੰਦ ਦੇ ਮੱਥੇ 'ਤੇ ਵੱਟ ਨਾ ਪਿਆ, ਨਾ ਚਿੰਤਾ ਦੇ ਚਿੰਨ੍ਹ ਪ੍ਰਗਟ ਹੋਏ। ਉਹ ਅਡੋਲ ਰਿਹਾ। ਸਾਧੂਆਂ ਵਾਂਗ ਤਿੰਨੇ ਰਾਜ ਹੱਦ ਤੋਂ ਬਾਹਰ ਬਨਾਰਸ ਨਗਰੀ ਵੱਲ ਚੱਲ ਪਏ। ਰਾਹ ਵਿੱਚ ਭੁੱਖ ਨੇ ਸਤਾਇਆ ਤਾਂ ਕੰਦ ਮੂਲ ਖਾ ਕੇ ਗੁਜ਼ਾਰਾ ਕੀਤਾ। ਰਾਜਾ ਤਾਂ ਨਾ ਡੋਲਿਆ, ਪਰ ਰਾਣੀ ਤੇ ਬੱਚਾ ਘਬਰਾਏ। ਉਹਨਾਂ ਨੂੰ ਅੰਦਰਲੀ ਗੱਲ ਦਾ ਪਤਾ ਨਹੀਂ ਸੀ। ਚਲਦੇ ਚਲਦੇ ਰਾਜਾ ਰਾਣੀ ਕਾਂਸ਼ੀ ਨਗਰੀ ਵਿੱਚ ਪੁੱਜ ਗਏ। ਰਾਹ ਵਿੱਚ ਉਹਨਾਂ ਨੂੰ ਬਹੁਤ ਕਸ਼ਟ ਉਠਾਉਣੇ ਪਏ, ਪੈਰਾਂ ਵਿੱਚ ਛਾਲੇ ਪੈ ਗਏ। ਉਹ ਦੁਖੀ ਹੋ ਕੇ ਪੁੱਜੇ, ਪਰ ਦੁੱਖ ਨੂੰ ਅਨੁਭਵ ਨਾ ਕੀਤਾ। ਰਾਜਾ ਹਰੀਚੰਦ ਚੂਨੇ ਦੀ ਭੱਠੀ ਉੱਤੇ ਮਜ਼ਦੂਰੀ ਕਰਨ ਲੱਗ ਪਿਆ। ਉਸਨੇ ਸਰੀਰ ਪਿਆਰਾ ਨਾ ਕੀਤਾ, ਜਾਨ ਪਿਆਰੀ ਨਾ ਕੀਤੀ। ਮਿਹਨਤ ਕਰਕੇ ਰੋਟੀ ਖਾਣੀ ਚੰਗੀ ਸਮਝੀ, ਕਿਉਂਕਿ ਹੱਥੀਂ ਕਾਰ ਕਰਨਾ ਧਰਮ ਹੈ, ਮੰਗ ਕੇ ਖਾਣਾ ਪਾਪ ਹੈ। ਐਸਾ ਸੋ ਕਰਦਾ ਹੈ ਜੋ ਮਿਹਨਤ 'ਤੇ ਭਰੋਸਾ ਰੱਖੇ। ਰਾਜਾ ਮਿਹਨਤ ਕਰਕੇ ਜੋ ਮਜ਼ਦੂਰੀ ਲਿਆਉਂਦਾ, ਉਸ ਨਾਲ ਖਾਣ ਦਾ ਗੁਜ਼ਾਰਾ ਲੰਘ ਜਾਂਦਾ, ਪਰ ਬ੍ਰਾਹਮਣ ਦੀ ਦਕਸ਼ਣਾ ਵਾਸਤੇ ਪੈਸੇ ਇਕੱਠੇ ਨਾ ਹੁੰਦੇ। ਇਸ ਤਰ੍ਹਾਂ ਕੋਈ 25 ਦਿਨ ਬੀਤ ਗਏ ਤਾਂ ਸਮਝੋ ਕਿ ਬਹੁਤ ਹੀ ਕਸ਼ਟ ਹੋ ਗਿਆ, ਕਿਉਂਕਿ ਵਿਸ਼ਵਾਮਿੱਤਰ ਤੇ ਇੰਦਰ ਰਾਜੇ ਨੂੰ ਨੀਵਾਂ ਕਰਨਾ ਚਾਹੁੰਦੇ ਸਨ। ਉਹ ਸੱਤਿਆਵਾਦੀ ਸੀ, ਉਸ ਦੇ ਅਟੱਲ ਭਰੋਸੇ ਨੂੰ ਡੇਗਣਾ ਸੀ। ਬ੍ਰਾਹਮਣ ਦੇ ਰੂਪ ਵਿੱਚ ਵਿਸ਼ਵਾਮਿੱਤਰ ਆ ਮੱਥੇ ਲੱਗਿਆ ਤੇ ਕ੍ਰੋਧਵਾਨ ਹੋ ਕੇ ਬੋਲਿਆ, ਹੇ ਹਰੀਚੰਦ, ਤੁਸੀਂ ਤਾਂ ਸੱਤਿਆਵਾਦੀ ਹੋ। ਤੁਸਾਂ ਦਾ ਧਰਮ ਨਹੀਂ ਜੋ ਇਹ ਕਰੋ ਕਿ ਧਰਮ ਦੀ ਮਰਿਆਦਾ ਪੂਰਨ ਨਾ ਕਰੋ, ਮੇਰੀ ਦਕਸ਼ਣਾ ਦਿਓ। ਰਾਜੇ ਹਰੀਚੰਦ ਨੇ ਖਿਮਾ ਮੰਗੀ। ਖਿਮਾ ਮੰਗਣ ਪਿੱਛੋਂ ਉਸਨੇ ਫੈਸਲਾ ਕੀਤਾ ਕਿ ਉਹ ਆਪ ਤੇ ਆਪਣੀ ਰਾਣੀ ਵੇਚ ਦੇਵੇ। ਪੈਸੇ ਜੋ ਮਿਲਣ ਉਹ ਬ੍ਰਾਹਮਣ ਨੂੰ ਦਕਸ਼ਣਾ ਵਜੋਂ ਦੇਣ ਅਤੇ ਇਹ ਨਾ ਅਖਵਾਉਣ ਕਿ ਉਹ ਝੂਠੇ ਹਨ। ਸੱਤਿਆਵਾਦੀ ਸੀ। ਇਹ ਸੋਚ ਕੇ ਉਸਨੇ ਕਾਂਸ਼ੀ ਦੀਆਂ ਗਲੀਆਂ ਵਿੱਚ ਹੋਕਾ ਦੇਣਾ ਸ਼ੁਰੂ ਕੀਤਾ, ਕੋਈ ਖਰੀਦ ਲਵੇ, ਅਸੀਂ ਵਿਕਣ ਆਏ ਹਾਂ। ਹੋਕਾ ਦਿੰਦੇ ਫਿਰਨ। ਸੁਣਨ ਵਾਲੇ ਹੈਰਾਨ ਵੀ ਸਨ ਤੇ ਘੱਟ ਬੁੱਧ ਵਾਲੇ ਮਖੌਲ ਹਾਸੀ ਕਰਦੇ ਸਨ। ਬਾਜ਼ਾਰ ਵਿੱਚੋਂ ਕਈਆਂ ਨੇ ਉਸਦੀ ਸਹਾਇਤਾ ਕਰਨੀ ਚਾਹੀ, ਪਰ ਰਾਜੇ ਨੇ ਦਾਨ ਜਾਂ ਸਹਾਇਤਾ ਲੈਣੀ ਪ੍ਰਵਾਨ ਨਾ ਕੀਤੀ। ਅੰਤ ਇੱਕ ਬ੍ਰਾਹਮਣ ਨੇ ਆਪਣੀ ਪੰਡਤਾਣੀ ਵਾਸਤੇ ਦਾਸੀ ਦੇ ਤੌਰ 'ਤੇ ਰਾਣੀ ਨੂੰ ਖਰੀਦ ਲਿਆ ਤੇ ਪੈਸੇ ਰਾਜੇ ਨੂੰ ਦੇ ਦਿੱਤੇ। ਰਾਣੀ ਨੇ ਪੰਡਤਾਣੀ ਲਈ 2 ਸ਼ਰਤਾਂ ਰੱਖੀਆਂ। ਇੱਕ, ਪਰਾਏ ਮਰਦ ਨਾਲ ਬੋਲਣਾ ਨਹੀਂ, ਦੂਸਰਾ, ਕਿਸੇ ਮਰਦ ਦੀ ਜੂਠ ਨਹੀਂ ਖਾਣੀ। ਪੰਡਤਾਣੀ ਨੇ ਪ੍ਰਵਾਨ ਕਰ ਲਿਆ। ਉਹ ਪੁੱਤਰ ਨੂੰ ਲੈ ਕੇ ਪੰਡਿਤ ਦੇ ਘਰ ਚਲੀ ਗਈ। ਰਾਣੀ ਦੇ ਵਿਕ ਜਾਣ 'ਤੇ ਰਾਜੇ ਨੂੰ ਸ਼ਹਿਰ ਦੇ ਸ਼ਮਸ਼ਾਨ ਭੂਮੀ ਦੇ ਰਾਖੇ ਚੰਡਾਲ ਨੇ ਖਰੀਦ ਲਿਆ। ਉਸ ਦੀ ਡਿਊਟੀ ਲੱਗੀ ਕਿ ਸ਼ਮਸ਼ਾਨ ਭੂਮੀ ਵਿੱਚ ਕਰ ਲਏ ਬਿਨਾਂ ਕੋਈ ਮੁਰਦਾ ਨਾ ਸੜਨ ਦੇਣਾ ਤੇ ਰਾਖੀ ਕਰਨੀ। ਐਸਾ ਧੰਦਾ ਉਸਨੂੰ ਸੌਂਪਿਆ ਗਿਆ। ਉਹ ਰਾਤ ਦਿਨੇ ਉੱਥੇ ਰਹਿਣ ਨੂੰ ਤਿਆਰ ਹੋ ਗਿਆ ਤੇ ਬ੍ਰਾਹਮਣ ਨੂੰ ਦਕਸ਼ਣਾ ਪੂਰੀ ਕਰ ਦਿੱਤੀ। ਵਿਸ਼ਵਾਮਿੱਤਰ ਤੇ ਇੰਦਰ ਨੂੰ ਐਸਾ ਹੌਸਲਾ ਨਾ ਪਿਆ ਕਿ ਆਖਣ, ਰਾਜਾ ਹਰੀਚੰਦ ਝੂਠਾ ਹੈ ਜਾਂ ਉਹ ਬਚਨ ਤੋਂ ਫਿਰ ਜਾਂਦਾ ਹੈ।
ਵਿਸ਼ਵਾਮਿੱਤਰ ਤੇ ਇੰਦਰ ਜਦੋਂ ਹਾਰ ਗਏ ਤਾਂ ਉਹਨਾਂ ਨੇ ਆਪਣੀ ਹਾਰ ਮੰਨਣ ਤੋਂ ਪਹਿਲੇ ਰਾਜੇ ਤੇ ਰਾਣੀ ਦੀ ਇੱਕ ਹੋਰ ਕਰੜੀ ਪ੍ਰੀਖਿਆ ਕਰਨੀ ਚਾਹੀ। ਉਹਨਾਂ ਨੇ ਆਪਣੀ ਦੈਵੀ ਸ਼ਕਤੀ ਵਰਤ ਕੇ ਇਉਂ ਰਾਜੇ ਦੀ ਪ੍ਰੀਖਿਆ ਕੀਤੀ। ਰਾਜੇ ਰਾਣੀ ਦੇ ਪੁੱਤਰ ਦਾ ਨਾਂ ਰੋਹਿਤਾਸ ਸੀ। ਉਹ ਖੇਡਦਾ ਫਿਰਦਾ ਤੇ ਕਦੀ ਆਪਣੀ ਮਾਤਾ ਨਾਲ ਕੰਮ ਵਿੱਚ ਮਦਦ ਦਿੰਦਾ। ਉਸਨੂੰ ਦੈਵੀ ਸ਼ਕਤੀ ਨਾਲ ਸੱਪ ਲੜਾ ਕੇ ਮਾਰ ਦਿੱਤਾ ਗਿਆ। ਆਪਣੇ ਪੁੱਤਰ ਦੀ ਮੌਤ ਦੇਖ ਕੇ ਰਾਣੀ ਵਿਆਕੁਲ ਹੋ ਉੱਠੀ। ਉਸਦੀਆਂ ਤਾਹੀਂ ਧਰਤੀ ਤੇ ਆਕਾਸ਼ ਵਿਚਾਲੇ ਗੂੰਜਣ ਲੱਗੀਆਂ। ਉਸਨੇ ਤਰਲਾ ਕਰਕੇ ਪੁੱਤਰ ਦੇ ਕਫਨ ਤੇ ਉਸਦੇ ਸੰਸਕਾਰ ਵਾਸਤੇ ਪੰਡਿਤ ਤੇ ਪੰਡਤਾਣੀ ਕੋਲੋਂ ਸਹਾਇਤਾ ਮੰਗੀ। ਪਰ ਇੰਦਰ ਤੇ ਵਿਸ਼ਵਾਮਿੱਤਰ ਨੇ ਐਸਾ ਉਹਨਾਂ ਦੇ ਮਨਾਂ ਤੇ ਪ੍ਰਭਾਵ ਪਾਇਆ, ਬੁੱਧ ਭ੍ਰਿਸ਼ਟ ਕੀਤੀ ਕਿ ਉਹਨਾਂ ਨੇ ਨਾ 2 ਗਜ਼ ਕੱਪੜਾ ਦਿੱਤਾ ਤੇ ਨਾ ਹੀ ਕੋਈ ਪੈਸਾ। ਰਾਣੀ ਨੇ ਆਪਣੀ ਧੋਤੀ ਦਾ ਅੱਧਾ ਪੱਲਾ ਪਾੜ ਕੇ ਪੁੱਤਰ ਨੂੰ ਵਲੇਟ ਲਿਆ ਤੇ ਸ਼ਮਸ਼ਾਨ ਭੂਮੀ ਵੱਲ ਲੈ ਗਈ। ਰਾਜੇ ਨੇ ਕਰ ਲਏ ਬਿਨਾਂ ਰਾਣੀ ਨੂੰ ਨਾ ਸ਼ਮਸ਼ਾਨ ਭੂਮੀ ਵਿੱਚ ਦਾਖਲ ਹੋਣ ਦਿੱਤਾ ਤੇ ਨਾ ਉਹਨਾਂ ਆਪਣੇ ਪੁੱਤਰ ਨੂੰ ਸਾੜਿਆ। ਮਾਲਕ ਦੀ ਨੌਕਰੀ ਵਿੱਚ ਧੋਖਾ ਨਾ ਕੀਤਾ। ਰਾਣੀ ਰੋਂਦੀ ਰਹੀ। ਉਹ ਬੈਠੀ ਬੈਠੀ ਐਸੀ ਬੇਸੁਰਤ ਹੋਈ ਕਿ ਉਸਨੂੰ ਹੋਸ਼ ਨਾ ਰਹੀ। ਦੇਵਨੇਤ ਨਾਲ ਇੱਕ ਹੋਰ ਘਟਨਾ ਵਾਪਰੀ। ਉਹ ਇਹ ਕਿ ਚੋਰਾਂ ਨੇ ਕਾਂਸ਼ੀ ਦੇ ਰਾਜੇ ਦੇ ਮਹਿਲਾਂ ਵਿੱਚ ਚੋਰੀ ਕੀਤੀ। ਉਹਨਾਂ ਨੇ ਕੋਈ ਸੁਖਣਾ ਸੁੱਖੀ ਸੀ ਕਿ ਜੇ ਮਾਲ ਮਿਲੇ ਤਾਂ ਸ਼ਮਸ਼ਾਨ ਭੂਮੀ ਦੇ ਕਿਸੇ ਮੁਰਦੇ ਨੂੰ ਚੜਾਵਾ ਚਾੜਨਗੇ। ਅੱਗੇ ਰਾਣੀ ਬੈਠੀ ਦੇਖੀ। ਉਸਦੇ ਕੋਲ ਮੁਰਦਾ ਦੇਖ ਕੇ ਉਹ ਰਾਣੀ ਦੇ ਗਲ ਹਾਰ ਪਾ ਗਏ ਤੇ ਤੁਰਦੇ ਹੋਏ। ਚੋਰੀ ਦੀ ਪੜਤਾਲ ਕਰਦੇ ਹੋਏ ਸਿਪਾਹੀ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਰਾਣੀ ਦੇ ਗਲ ਹਾਰ ਪਿਆ ਦੇਖਿਆ। ਉਸੇ ਵੇਲੇ ਫੜ ਲਿਆ। ਰਾਣੀ ਨੇ ਰੋ ਰੋ ਕੇ ਬਥੇਰਾ ਕਿਹਾ ਕਿ ਉਹ ਨਿਰਦੋਸ਼ ਸੀ, ਪਰ ਕਿਸੇ ਨਾ ਸੁਣੀ ਤੇ ਉਸਦੇ ਪੁੱਤਰ ਰੋਹਿਤਾਸ ਨੂੰ ਉੱਥੇ ਹੀ ਰੱਖ ਕੇ ਫੜ ਕੇ ਲੈ ਗਏ ਤੇ ਰਾਜੇ ਦੇ ਪੇਸ਼ ਕੀਤਾ। ਰਾਜੇ ਨੇ ਕਤਲ ਦਾ ਹੁਕਮ ਦੇ ਦਿੱਤਾ ਤੇ ਕਤਲ ਹੋਣ ਵਾਸਤੇ ਰਾਣੀ ਮੁੜ ਸ਼ਮਸ਼ਾਨ ਭੂਮੀ ਵਿੱਚ ਪੁੱਜ ਗਈ। ਉਸਨੂੰ ਕਤਲ ਵੀ ਰਾਜੇ ਹਰੀਚੰਦ ਨੇ ਕਰਨਾ ਸੀ, ਜਿਹੜਾ ਚੰਡਾਲ ਦਾ ਸੇਵਕ ਸੀ। ਵਿਸ਼ਵਾਮਿੱਤਰ ਨੇ ਭਿਆਨਕ ਹੀ ਖੇਡ ਰਚ ਦਿੱਤੀ। ਪੁੱਤਰ ਰੋਹਿਤਾਸ ਨੂੰ ਮਾਰ ਦਿੱਤਾ। ਰਾਣੀ ਨੂੰ ਚੋਰੀ ਦਾ ਦੋਸ਼ ਲਵਾ ਕੇ ਕਤਲ ਕਰਵਾਉਣ ਲਈ ਕਤਲਗਾਹ ਵਿੱਚ ਲੈ ਆਂਦਾ। ਕਤਲ ਕਰਨ ਵਾਲਾ ਰਾਜਾ ਹਰੀਚੰਦ ਸੀ, ਜਿਸਨੇ ਆਪਣੇ ਰਾਜ ਵਿੱਚ ਕਿਸੇ ਨੂੰ ਕਤਲ ਨਹੀਂ ਸੀ ਕੀਤਾ। ਐਸੀ ਲੀਲਾ ਤੇ ਭਿਆਨਕਤਾ ਤੱਕ ਕੇ ਵਿਸ਼ਨੂੰ ਤੇ ਪਾਰਬ੍ਰਹਮ ਜੈਸੇ ਮਹਾਕਾਲ ਦੇਵਤੇ ਵੀ ਥਰਥਰਾ ਗਏ, ਪਰ ਰਾਜਾ ਹਰੀਚੰਦ ਨਾ ਡੋਲਿਆ। ਉਹ ਆਪਣੇ ਫਰਜ਼ ਤੇ ਪੂਰਾ ਰਿਹਾ। ਉਸਨੇ ਰਾਣੀ ਨੂੰ ਤਿਆਰ ਹੋਣ ਲਈ ਆਖਿਆ ਤਾਂ ਕਿ ਉਹ ਕਤਲ ਕਰਕੇ ਰਾਜੇ ਦੇ ਹੁਕਮ ਦੀ ਪਾਲਣਾ ਕਰੇ। ਉਸ ਵੇਲੇ ਕਤਲਗਾਹ ਵਿੱਚ ਜਾਂ ਉਹ ਸੀ ਤੇ ਜਾਂ ਉਸ ਦੀ ਪਿਆਰੀ ਰਾਣੀ ਤੇ ਮੋਇਆ ਪਿਆ ਪੁੱਤਰ। ਬਾਕੀ ਸਭ ਸੁੰਨਾ ਤੇ ਇਕੱਲਾ ਸੀ। ਤਿਆਰ ਹੋ ਜਾ, ਆਖ ਕੇ ਰਾਜੇ ਹਰੀਚੰਦ ਨੇ ਤਲਵਾਰ ਵਾਲਾ ਹੱਥ ਉੱਪਰ ਚੁੱਕਿਆ। ਉਸਨੂੰ ਉੱਚਾ ਕਰਕੇ ਵਾਰ ਕਰਨ ਲੱਗਾ ਤਾਂ ਉਸ ਵੇਲੇ ਹੋਰ ਹੀ ਕੌਤਕ ਵਰਤ ਗਿਆ। ਉਸ ਵੇਲੇ ਕਿਸੇ ਅਣਡਿੱਠੀ ਸ਼ਕਤੀ ਨੇ ਉਸਦੇ ਹੱਥ ਨੂੰ ਫੜ ਕੇ ਆਖਿਆ, ਧੰਨ ਤੂੰ ਰਾਜਾ ਹਰੀਚੰਦ ਸੱਤਿਆਵਾਦੀ। ਇਸ ਬੋਲ ਦੇ ਨਾਲ ਹੀ ਉਸਦੇ ਹੱਥੋਂ ਤਲਵਾਰ ਧਰਤੀ ਤੇ ਡਿੱਗ ਪਈ। ਦੇਖਦੇ ਕੀ ਹਨ ਕਿ ਉਹ ਇੱਕ ਸ਼ਮਸ਼ਾਨ ਭੂਮੀ ਵਿੱਚ ਨਹੀਂ, ਸਗੋਂ ਬਾਗ ਵਿੱਚ ਖਲੋਤਾ ਤੇ ਜਿੱਥੇ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜੇ ਹਨ ਅਤੇ ਕਿਸੇ ਵੀ ਸ਼ਮਸ਼ਾਨ ਭੂਮੀ ਦਾ ਨਿਸ਼ਾਨ ਹੀ ਨਹੀਂ ਹੈ। ਉਸਦੇ ਬਸਤਰ ਵੀ ਚੰਡਾਲਾਂ ਵਾਲੇ ਨਹੀਂ। ਉਸਨੇ ਅੱਖਾਂ ਮਲ ਕੇ ਚੰਗੀ ਤਰ੍ਹਾਂ ਨਿਗਾਹ ਖੋਲ੍ਹ ਕੇ ਦੇਖਿਆ ਤਾਂ ਸਨਮੁਖ ਭਗਵਾਨ ਖਲੋਤੇ ਸਨ। ਵਿਸ਼ਵਾਮਿੱਤਰ ਤੇ ਇੰਦਰ ਵੀ ਕੋਲ ਸਨ। ਉਹ ਬ੍ਰਾਹਮਣ ਕਿਤੇ ਨਜ਼ਰ ਨਹੀਂ ਸੀ ਆਉਂਦਾ। ਰਾਜਾ ਹਰੀਚੰਦ ਇੱਕਦਮ ਝੁੱਕ ਕੇ ਭਗਵਾਨ ਦੇ ਚਰਨਾਂ 'ਤੇ ਡਿੱਗ ਪਿਆ। ਰਾਣੀ ਨੇ ਵੀ ਅੱਗੇ ਹੋ ਕੇ ਸਾਰਿਆਂ ਨੂੰ ਨਮਸਕਾਰ ਕੀਤੀ। ਉਸ ਵੇਲੇ ਭਗਵਾਨ ਨੇ ਬਚਨ ਕੀਤਾ, ਰਾਜਾ ਹਰੀਚੰਦ ਸੱਚ ਹੀ ਸੱਤਿਆਵਾਦੀ ਹੈ। ਮੰਗ ਜੋ ਕੁਝ ਮੰਗਣਾ ਹੈ ਮਿਲ ਜਾਏਗਾ। ਇਸ ਦੇ ਨਾਲ ਹੀ ਵਿਸ਼ਵਾਮਿੱਤਰ ਨੇ ਸਾਰੀ ਕਥਾ ਸੁਣਾ ਦਿੱਤੀ ਤੇ ਰਾਜਾ ਰਾਣੀ ਦੇ ਪੁੱਤਰ ਰੋਹਿਤਾਸ ਨੂੰ ਹੱਸਦਿਆਂ ਤੇ ਮੁਸਕਰਾਉਂਦਿਆਂ ਹੋਇਆਂ ਦੋਹਾਂ ਦੇ ਕੋਲ ਪੇਸ਼ ਕੀਤਾ। ਸਾਰੀ ਕਥਾ ਸੁਣ ਕੇ ਰਾਜੇ ਹਰੀਚੰਦ ਨੇ ਨਮਸਕਾਰ ਕਰ ਦਿੱਤੀ ਤੇ ਕਿਹਾ, ਆਪਣੀਆਂ ਗੱਲਾਂ ਤੁਸੀਂ ਆਪ ਹੀ ਜਾਣੋ ਮਹਾਰਾਜ। ਜਦੋਂ ਭਗਵਾਨ ਨੇ ਬਹੁਤਾ ਜ਼ੋਰ ਦਿੱਤਾ ਤਾਂ ਰਾਜਾ ਹਰੀਚੰਦ ਨੇ ਵਰ ਮੰਗਿਆ, ਮਹਾਰਾਜ ਇਹੋ ਇੱਛਾ ਹੈ, ਸਾਰੀ ਨਗਰੀ ਸਮੇਤ ਸਵਰਗਪੁਰੀ ਨੂੰ ਜਾਵਾਂ। ਤਥਾਸਤੂ ਆਖ ਕੇ ਭਗਵਾਨ ਤੇ ਸਾਰੇ ਦੇਵਤੇ ਅਲੋਪ ਹੋ ਗਏ। ਰਾਜਾ ਰਾਣੀ ਤੇ ਉਹਨਾਂ ਦਾ ਪੁੱਤਰ ਤਿੰਨੇ ਆਪਣੇ ਰਾਜ ਵਿੱਚ ਆ ਪੁੱਜੇ। ਪ੍ਰਜਾ ਨੇ ਖੁਸ਼ੀ ਮਨਾਈ। ਆਖਦੇ ਹਨ ਰਾਜਾ ਕੁਝ ਸਮਾਂ ਰਾਜ ਕਰਦਾ ਰਿਹਾ ਤੇ ਇੱਕ ਸਮਾਂ ਐਸਾ ਆਇਆ ਜਦੋਂ ਰਾਜਾ ਸਾਰੇ ਨਗਰੀ ਸਮੇਤ ਬੈਕੁੰਠ ਧਾਮ ਨੂੰ ਚੱਲ ਪਿਆ। ਜਦੋਂ ਉਹ ਬੈਕੁੰਠ ਧਾਮ ਨੂੰ ਜਾ ਰਿਹਾ ਸੀ ਤਾਂ ਜਾਨਵਰ, ਪੰਛੀ ਤੇ ਪਸ਼ੂ ਆਦਿਕ ਨਾਲ ਸਨ। ਇਹ ਤੱਕ ਕੇ ਰਾਜੇ ਨੂੰ ਅਭਿਮਾਨ ਹੋ ਗਿਆ। ਖੋਤਾ ਹੀਂਗਿਆ। ਉਸਦੀ ਜ਼ਬਾਨੋਂ ਨਿਕਲਿਆ, ਰਾਜਾ ਹਰੀਚੰਦ ਹੀ ਹੈ ਜਿਸ ਦੀ ਨਗਰੀ ਵੀ ਬੈਕੁੰਠ ਧਾਮ ਨੂੰ ਜਾ ਰਹੀ ਹੈ। ਉਸ ਵੇਲੇ ਨਗਰੀ ਜਾਂਦੀ ਜਾਂਦੀ ਧਰਤੀ ਤੇ ਬੈਕੁੰਠ ਵਿਚਾਲੇ ਪੁਲਾੜ ਵਿੱਚ ਰੁਕ ਗਈ। ਉਸ ਦਾ ਨਾਂ ਹਰੀਚੰਦ ਉਰੀ ਹੈ। ਗੁਰਬਾਣੀ ਵਿੱਚ ਆਉਂਦਾ ਹੈ, ਹਰ ਚੰਦ ਔਰੀ ਚਿਤ ਭ੍ਰਮ ਸਖੀਏ, ਮ੍ਰਿਗ ਤ੍ਰਿਸ਼ਨਾ ਦ੍ਰਮ ਛਾਇਆ, ਚੰਚਲ ਸੰਗ ਨ ਚਾਲਤੀ ਸਖੀਏ, ਅੰਤ ਤਜ ਜਾਵਤ ਮਾਇਆ। ਇਸ ਕਥਾ ਦਾ ਪ੍ਰਮਾਰਥ ਹੈ, ਕਿਸੇ ਘੜੀ ਵੀ ਸੱਤ ਨੂੰ ਹੱਥੋਂ ਨਹੀਂ ਛੱਡਣਾ ਚਾਹੀਦਾ ਤੇ ਨਾ ਹੰਕਾਰ ਕਰਨਾ ਚਾਹੀਦਾ ਹੈ। ਜੋ ਸੱਤਿਆਵਾਦੀ ਬਣੇ ਰਹਿੰਦੇ ਹਨ ਤੇ ਇਸ ਦੇ ਬੇੜੇ ਪਾਰ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।